ਲਫ਼ਜ਼ਾਂ ਦੀ ਦੁਨੀਆ ਜਾਂ LDD TV ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਸਾਹਮਣੇ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਦੇ ਖੇਤਰ ਦੇ ਵਿੱਚ ਕਿਹੜੀਆਂ-ਕਿਹੜੀਆਂ ਕੈਰੀਅਰ ਆਪਸ਼ਨਸ ਨੇ ਉਹਨਾਂ ਦੇ ਬਾਰੇ 'ਚ ਗੱਲ ਕਰੂੰਗਾ, ਕਿਉਂਕਿ ਸਪੋਰਟਸ ਦਾ ਫੀਲਡ ਜਿਹੜਾ ਹੈ ਉਹ ਬੜਾ ਵਿਸ਼ਾਲ ਹੈ। ਬਹੁਤ ਸਾਰੇ ਵਿਦਿਆਰਥੀ 10ਵੀਂ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਨੂੰ ਇੱਕ ਚੋਣਵੇਂ ਵਿਸ਼ੇ ਦੇ ਤੌਰ 'ਤੇ ਰੱਖਦੇ ਨੇ, ਪਰ ਜਦੋਂ ਚੋਣਵੇਂ ਵਿਸ਼ੇ ਦੇ ਤੌਰ 'ਤੇ ਰੱਖਦੇ ਨੇ ਉਹਨਾਂ ਨੇ ਜਾਂ ਤਾਂ ਥੋੜ੍ਹਾ ਬਹੁਤ ਖੇਡਾਂ ਦੇ ਵਿੱਚ ਹੱਥ ਅਜ਼ਮਾਇਆ ਹੁੰਦਾ, ਇਸ ਕਰਕੇ ਰੱਖਦੇ ਨੇ, ਅਤੇ ਬਹੁਤੇ ਵਿਦਿਆਰਥੀ ਕੇਵਲ ਇਸ ਕਰਕੇ ਵਿਸ਼ਾ ਰੱਖ ਲੈਂਦੇ ਨੇ ਕਿ ਵਿਸ਼ਾ ਜਿਹੜਾ ਹੈ ਉਹ ਬਹੁਤ ਸੌਖਾ ਹੈ, ਇਹ 'ਚ ਖੇਡਣ ਦਾ ਮੌਕਾ ਮਿਲਦਾ, ਗਰਾਊਂਡ 'ਚ ਜਾਣ ਦਾ ਮੌਕਾ ਮਿਲਦਾ। ਬਹੁਤ ਚੰਗੀ ਗੱਲ ਹੈ, ਤੁਸੀਂ ਫਿਟਨੈਸ ਵਾਲੇ ਪਾਸੇ ਤੁਰਦੇ ਹੋ, ਪਰ ਇੱਕ ਚੀਜ਼ ਦਾ ਖਾਸ ਖਿਆਲ ਰੱਖਿਓ, ਫਿਜ਼ੀਕਲ ਐਜੂਕੇਸ਼ਨ ਜੋ ਤੁਸੀਂ ਰੱਖਦੇ ਹੋ ਅਤੇ ਇੱਕ ਬਹੁਤ ਵੱਡੀ ਸਾਇੰਸ ਹੈ, ਇਹਨੂੰ ਬਹੁਤ ਚੰਗੇ ਤਰੀਕੇ ਨਾਲ ਸਮਝੋ। ਇਹ ਤੁਹਾਡੀ ਜ਼ਿੰਦਗੀ ਦੀ ਸਾਇੰਸ ਹੈ ਔਰ ਤੁਹਾਡੀ ਜ਼ਿੰਦਗੀ 'ਚ ਬਹੁਤ ਕੰਮ ਆਉਣ ਵਾਲੀ ਚੀਜ਼ ਹੈ। ਸੋ ਜਿਹੜੀ ਫਿਜ਼ੀਕਲ ਐਜੂਕੇਸ਼ਨ ਹੈ ਉਹਨੂੰ ਅਸੀਂ ਇੱਕ ਕੈਰੀਅਰ ਦੇ ਤੌਰ 'ਤੇ ਦੇਖੀਏ, ਸਪੋਰਟਸ ਨੂੰ ਇੱਕ ਕੈਰੀਅਰ ਦੇ ਤੌਰ 'ਤੇ ਦੇਖੀਏ। ਇਹ ਤੁਹਾਨੂੰ ਆਨੰਦ ਵੀ ਦਿੰਦੀ ਹੈ, ਤੁਹਾਨੂੰ ਖੁਸ਼ੀ ਵੀ ਦਿੰਦੀ ਹੈ, ਔਰ ਨਾਲ ਦੀ ਨਾਲ ਇਹ ਤੁਹਾਡਾ ਰੁਜ਼ਗਾਰ ਦਾ ਸਾਧਨ ਵੀ ਬਣਦੀ ਹੈ। ਤੁਸੀਂ ਖੁਦ ਵੀ ਰੁਜ਼ਗਾਰ 'ਤੇ ਹੁੰਦੇ ਹੋ ਔਰ ਬਹੁਤ ਸਾਰੇ ਲੋਕਾਂ ਨੂੰ ਖੁਦ ਰੁਜ਼ਗਾਰ ਵੀ ਜਿਹੜਾ ਹੈ ਉਹ ਦੇ ਸਕਦੇ ਹੋ। ਤੁਸੀਂ ਆਪਣੀ +2 ਕਲਾਸ ਦੇ ਵਿੱਚ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਚੈਪਟਰ ਹੈ ਉਹਦੇ ਵਿੱਚ ਜਿਹੜੇ ਤੁਹਾਡੇ ਕੈਰੀਅਰ ਆਪਸ਼ਨਸ ਨੇ, ਜਿਹੜੇ ਤੁਹਾਨੂੰ ਅਵਾਰਡ ਵਗੈਰਾ ਮਿਲਦੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਲੇਕਿਨ ਮੈਂ ਇਸ ਵੀਡੀਓ ਰਾਹੀਂ ਇੱਕ ਜਾਗ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਹਾਨੂੰ ਸੰਖੇਪ ਦੇ ਵਿੱਚ ਦੱਸਣਾ ਚਾਹੁੰਦਾ ਕਿ ਫਿਜ਼ੀਕਲ ਐਜੂਕੇਸ਼ਨ ਰੱਖਣ ਤੋਂ ਬਾਅਦ ਤੁਸੀਂ ਕਿਹੜੇ ਫੀਲਡ ਦੇ ਵਿੱਚ ਜੋਬ ਪ੍ਰਾਪਤ ਕਰ ਸਕਦੇ ਹੋ, ਜਾਂ ਫਿਟਨੈਸ ਆਪਣੀ ਮੇਨਟੇਨ ਕਰਦਿਆਂ ਤੁਸੀਂ ਕੀ ਕਰ ਸਕਦੇ ਹੈਗੇ ਹੋ। ਸੋ ਆਓ ਚੱਲਦੇ ਹਾਂ ਫਿਜ਼ੀਕਲ ਐਜੂਕੇਸ਼ਨ ਐਜ਼ ਕੈਰੀਅਰ, ਸਪੋਰਟਸ ਐਜ਼ ਕੈਰੀਅਰ। ਵਿਦਿਆਰਥੀਓ, ਜਿਵੇਂ ਤੁਸੀਂ ਆਪਣੀ ਸਕਰੀਨ ਦੇਖ ਰਹੇ ਹੋ, ਸਰੀਰਕ ਸਿੱਖਿਆ ਭਾਵ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਿਹੜੇ ਕੋਰਸਿਸ ਨੇ। ਇਹਦੇ ਵਿੱਚ ਪਹਿਲੇ ਨੰਬਰ 'ਤੇ ਲੜੀ ਨੰਬਰ ਹੈ, ਸੀਰੀਅਲ ਨੰਬਰ, ਫਿਰ ਕੋਰਸ ਦਾ ਨਾਂ ਹੈ, ਫਿਰ ਕੋਰਸ ਦੀ ਯੋਗਤਾ ਹੈ, ਮਤਲਬ ਕੀ ਕਰਨ ਤੋਂ ਬਾਅਦ ਤੁਸੀਂ ਇਹ ਕੋਰਸ ਕਰ ਸਕਦੇ ਹੋ, ਫਿਰ ਕੋਰਸ ਦਾ ਸਮਾਂ ਹੈ, ਅਤੇ ਫਿਰ ਪੇਸ਼ੇ ਜਾਂ ਕਿੱਤੇ ਵਜੋਂ ਕਿ ਬਾਅਦ ਵਿੱਚ ਜਦੋਂ ਤੁਸੀਂ ਕੋਰਸ ਕਰ ਲੈਂਦੇ ਹੋ ਤੁਹਾਨੂੰ ਕਿਸ ਤਰ੍ਹਾਂ ਦੀਆਂ ਜੋਬਸ ਜਿਹੜੀਆਂ ਨੇ ਇਹਦੇ ਵਿੱਚ ਮਿਲਦੀਆਂ ਨੇ। ਮੈਂ ਹੁਣ ਤੁਹਾਨੂੰ ਸਕਰੀਨ ਦੇ ਥੋੜ੍ਹਾ ਜਿਹਾ ਨੇੜੇ ਕਰਕੇ ਦਿਖਾਉਣਾ ਚਾਹੂੰਗਾ। ਕੋਰਸ ਦਾ ਨਾਂ ਹੈ DP ਐਡ। ਜਿਹੜਾ DP ਐਡ ਦਾ ਕੋਰਸ ਹੈ, ਇਹ ਕੋਰਸ 12ਵੀਂ ਸ਼੍ਰੇਣੀ ਪਾਸ ਕਰਨ ਤੋਂ ਬਾਅਦ ਤੁਸੀਂ ਕਰ ਸਕਦੇ ਹੋ। 2 ਸਾਲ ਦਾ ਇਹ ਤੁਹਾਡਾ ਡਿਪਲੋਮਾ ਹੈ। ਇਹ ਕਰਨ ਤੋਂ ਬਾਅਦ ਤੁਸੀਂ PTI ਲੱਗ ਸਕਦੇ ਹੋ ਮਿਡਲ ਸਕੂਲ ਵਿੱਚ, ਜਿਹੜਾ 8ਵੀਂ ਤੱਕ ਦਾ ਸਕੂਲ ਹੈ ਉਹਦੇ ਵਿੱਚ ਤੁਸੀਂ PTI ਲੱਗ ਸਕਦੇ ਹੋ। ਤੁਹਾਨੂੰ ਪਤਾ ਹੈ ਤੁਹਾਡੇ PTI ਤੁਹਾਨੂੰ ਛੋਟੀ ਉਮਰ ਦੇ ਵਿੱਚ ਖਿਡਾਉਂਦੇ ਰਹੇ ਨੇ, ਠੀਕ ਹੈ। ਉਸ ਤੋਂ ਬਾਅਦ ਲੜੀ ਨੰਬਰ 2 ਦੇ ਵਿੱਚ ਦੂਜਾ ਕੋਰਸ ਹੈ BP ਐਡ ਇੰਟੈਗਰੇਟਿਡ ਕੋਰਸ। 12ਵੀਂ ਸ਼੍ਰੇਣੀ ਪਾਸ ਕਰਨ ਤੋਂ ਬਾਅਦ ਤੁਸੀਂ ਇਹ ਕਰ ਸਕਦੇ ਹੋ। ਇਹਦੇ ਜਿਹੜਾ ਸਮਾਂ ਹੈ ਉਹ 4 ਸਾਲ ਹੈ। DPE ਲੱਗ ਸਕਦੇ ਹੋ। ਤੁਸੀਂ ਦੇਖਿਆ ਹੋਣਾ ਕਿ ਹਾਈ ਅਤੇ ਸੈਕੰਡਰੀ ਜਿਹੜੇ ਸਕੂਲ ਹੈ, 10ਵੀਂ ਤੱਕ ਦੇ ਸਕੂਲ ਨੇ ਜਿਹੜੇ, ਉਹਨਾਂ ਦੇ ਵਿੱਚ, ਜਾਂ ਜਿਹੜੇ 12ਵੀਂ ਤੱਕ ਦੇ ਸਕੂਲ ਨੇ ਉਹਨਾਂ ਦੇ ਵਿੱਚ DPE ਦੀ ਪੋਸਟ ਹੁੰਦੀ ਹੈ। ਉਹਦੇ ਵਿੱਚ DPE ਜਿਹੜੇ ਹੈ ਉਹ ਟੀਮਾਂ ਵੀ ਤਿਆਰ ਕਰਦੇ ਨੇ, ਖਿਡਾਉਂਦੇ ਵੀ ਨੇ, ਸਵੇਰੇ ਪ੍ਰੇਅਰ ਵੀ ਕਰਾਉਂਦੇ ਨੇ, ਠੀਕ ਹੈ। ਸੋ BP ਐਡ ਤੁਸੀਂ ਕਰ ਸਕਦੇ ਹੋ। ਇੰਟੈਗਰੇਟਿਡ ਕੋਰਸ ਹੈ, ਇਕੱਠਿਆਂ ਹੀ ਤੁਸੀਂ ਇਹਨੂੰ ਕਰ ਸਕਦੇ ਹੋ। +2 ਤੋਂ ਬਾਅਦ 4 ਸਾਲ ਤੁਹਾਨੂੰ ਲੱਗਣਗੇ ਅਤੇ ਉਸ ਤੋਂ ਬਾਅਦ ਤੁਸੀਂ DPE ਦੀ ਅਸਾਮੀ 'ਤੇ ਕੰਮ ਕਰ ਸਕਦੇ ਹੋ। ਅੱਗੇ ਹੈ BP ਐਡ ਡਿਪਲੋਮਾ। BA ਜਾਂ ਬਰਾਬਰ ਦੀ ਕੋਈ ਡਿਗਰੀ ਕਰਨ ਤੋਂ ਬਾਅਦ, ਗ੍ਰੈਜੂਏਸ਼ਨ ਕਿਸੇ ਵੀ ਕਿਸਮ ਦੀ ਜਿਹੜੀ ਤੁਸੀਂ ਕਰਦੇ ਹੋ, ਗ੍ਰੈਜੂਏਸ਼ਨ ਤੋਂ ਬਾਅਦ, ਇਹ 'ਚ ਖਾਸ ਤੌਰ 'ਤੇ BA ਤੁਸੀਂ ਸ਼ਬਦ ਨੋਟ ਕੀਤਾ ਹੋਣਾ, BA ਲਿਖਿਆ ਹੋਇਆ, ਠੀਕ ਹੈ। ਕਿਸੇ ਕਿਸਮ ਦੀ ਜਿਹੜੀ ਗ੍ਰੈਜੂਏਸ਼ਨ ਹੈ ਉਹਦੇ ਵਿੱਚ ਜਿਹੜਾ ਸਪੋਰਟਸ ਦਾ ਹੋਣਾ ਹੈਗਾ ਉਹ ਕਾਫੀ ਜ਼ਰੂਰੀ ਮੰਨਿਆ ਜਾਂਦਾ, BA ਇਸ ਕਰਕੇ ਲਿਖਿਆ ਹੋਇਆ। BP ਐਡ ਡਿਪਲੋਮਾ BA ਜਾਂ ਬਰਾਬਰ ਦੀ ਕੋਈ ਵੀ ਡਿਗਰੀ ਤੁਸੀਂ ਕਰਦੇ ਹੋ, ਉਸ ਤੋਂ ਬਾਅਦ ਇਹ 2 ਸਾਲ ਦਾ BP ਐਡ ਦਾ ਡਿਪਲੋਮਾ ਹੈ। ਇਹ ਤੋਂ ਬਾਅਦ ਤੁਸੀਂ ਉਹੀ DP ਲੱਗ ਸਕਦੇ ਹੋ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ। ਚੌਥੇ ਨੰਬਰ 'ਤੇ ਹੈ MP ਐਡ, ਠੀਕ ਹੈ ਜੀ। ਜਿਹੜੀ MP ਐਡ ਹੈ ਇਹ BP ਐਡ ਇੰਟੈਗਰੇਟਿਡ ਕੋਰਸ ਕਰਨ ਤੋਂ ਬਾਅਦ ਜਾਂ BP ਐਡ ਦਾ ਜਿਹੜਾ ਡਿਪਲੋਮਾ ਕਰਨ ਤੋਂ ਬਾਅਦ, ਮਤਲਬ ਕਾਲਮ ਨੰਬਰ 2 ਅਤੇ ਕਾਲਮ ਨੰਬਰ 3 ਦੇ ਜਿਹੜੇ ਕੋਰਸ ਹੈ, ਇਹਨਾਂ 'ਚੋਂ ਅਸੀਂ ਕੋਈ ਵੀ ਇੱਕ ਕੋਰਸ ਅਗਰ ਕੀਤਾ ਹੋਇਆ ਤਾਂ ਉਸ ਤੋਂ ਬਾਅਦ ਅਸੀਂ MP ਐਡ ਕਰ ਸਕਦੇ ਹਾਂ। MP ਐਡ 2 ਸਾਲ ਦੇ ਵਿੱਚ ਹੁੰਦੀ ਹੈ। ਇਹਦੇ ਤੋਂ ਬਾਅਦ ਤੁਸੀਂ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ ਇੱਕ ਲੈਕਚਰਰ ਦੇ ਤੌਰ 'ਤੇ ਕੰਮ ਕਰ ਸਕਦੇ ਹੋ, ਅਤੇ ਜੇਕਰ ਤੁਸੀਂ UGC ਕੁਆਲੀਫਾਈ ਕਰ ਜਾਂਦੇ ਹੋ ਤਾਂ ਫਿਰ ਤੁਸੀਂ ਕਾਲਜ ਦੇ ਲੈਕਚਰਰ ਦੇ ਤੌਰ 'ਤੇ ਵੀ ਕੰਮ ਕਰ ਸਕਦੇ ਹੋ। MPhil ਪਹਿਲਾਂ ਹੁੰਦੀ ਸੀ,
लेकिन हुण जिहड़ा अगला साल शुरू होएगा उहदे विच गवर्नमेंट ने MPhil बंद कर दित्ती है। ये आपां इहदे बारे जिक्र नहीं करांगे, हुण तक चल रही है लेकिन अगे तो बंद कर दित्ती है। PhD MPEd करन तो बाद जेकर जिहड़ी निश्चित परसेंटेज है वो तुहाडी MPEd करन तो बाद कंप्लीट है तो फिर तुसी UGC दा टैसट यूनीवर्सिटी ग्रांट कमीशन दा एक काफ़ी टफ और वधिया टैसट हुंदा है, वो अगर क्लीयर किया जां PhD दा एंट्रेंस क्लीयर किया तो फिर तुसी घट्टो घट्ट 3 साल या वध तो वध 5 साल दे विच PhD जिहड़ी है वो कर सकते हो। बहुत वड्डी डिग्री है। ये तो बाद तुसी किसी भी कॉलेज विच, किसी भी रीजनल सेंटर विच या यूनीवर्सिटी दे विच फिजिकल एजुकेशन दे लैक्चरर लग सकते हो। DLET दुनिया की बहुत वड्डी, सब तो वड्डी डिग्री कह सकते हैं। जदों असी PhD कर लैंदे आ उहदे तो बाद ये 5 साल 2 साल यूनीवर्सिटी लैवल ते, कॉलेज लैवल ते तुहानूं ये जो तुसी कोई भी मतलब रिसर्च कर लेने हो, MPhil तो हुण बंद ही हो गई है, जो तुसी PhD कर लेने हो, PhD तो बाद अगर तुहाडा काम बहुत अच्छा है, रिसर्च का काम बहुत अच्छा है, तुसी कोई नवीं देन दित्ती है, कोई नवीं खोज की है, कोई बहुत सारिया पुस्तकां दित्तियां ने इस फील्ड विच जिहदे तुसी PhD की, उस तो बाद तुहानूं DLET दी डॉक्टर ऑफ लिटरेचर की डिग्री जिहड़ी है वो दे दित्ती जाती है। सो उहदे विच तुसी उस तो बाद जे पढ़ा रहे हो या तुहाडी अगों तुहानूं तरक्की मिलती है यूनीवर्सिटी प्रोफैसर के तौर के उत्ते तुसी होर अगों कार्यशील होकर काम कर सकते हो। सो पहला सी DPEd, फिर BPEd इंटैग्रेटेड कोर्स, फिर BPEd डिप्लोमा, फिर MPEd, MPhil हुण अगे तो नहीं होएगी, फिर PhD ते आखिर दे विच है DLET। ये कोर्सिज ने जिहड़े कि तुसी फिजिकल एजुकेशन दे एक विद्यार्थी के तौर पर +2 तो बाद कर सकते हो। मैं फ्लैश करके तुहानूं दिखाया, तुसी नोट कर लिया हुण। विद्यार्थियों, फिट रहने के लिए योगा का बहुत महत्वपूर्ण रोल है। +2 करन तो बाद मैं तुहानूं कुछ सर्टिफिकेट कोर्स दस रहा योगा नाल संबंधित, जिहड़े तुहाडी फिटनेस लिए भी जरूरी ने, तुहाडी मानसिक तरमल्ली लिए भी जरूरी ने और तुहानूं नाल दी नाल रोज़गार भी दिंदे ने। कोर्स है सर्टिफिकेट कोर्स इन योग, योगा दे विच सर्टिफिकेट कोर्स है। इहदे लई योग्यता की है 12वीं श्रेणी पास होना। ये 40 दिन का बेसिक कोर्स है। ये तो बाद तुसी योग इंस्ट्रक्टर लग सकते हो, योगा सिखलाई दे लई तुसी योग हो जाते हो। दूजा है बैचलर ऑफ योग, योग दे विच भाव योगा दे विच ग्रैजुएशन 12वीं श्रेणी जां इस दे बराबर की कोई अगर प्रीख्या तुसी पास की, उस तो बाद तुसी बैचलर डिग्री जिहड़ी है योगा दे विच कर सकते हो। 3 साल का समा है, उस तो बाद तुसी योगा के अध्यापक लग सकते हो स्कूल दे विच। डिप्लोमा इन योग BA जां इस दे बराबर की डिग्री करन तो बाद तुसी डिप्लोमा कर सकते हो। ये 2 साल का होएगा, इस तो बाद भी तुसी स्कूल अध्यापक लग सकते हो। MSc इन योग साइंस, योग दे विच तुसी MSc कर सकते हो, मास्टर डिग्री कर सकते हो। ये ग्रैजुएशन जिहड़ी तुसी करते हो उहदे तो बाद हुंदी है, 2 साल की हुंदी है। इहदे तो बाद अगर तुसी UGC क्वालीफाई करते हो या PhD करते हो तो फिर तुसी कॉलेज या यूनीवर्सिटी दे विच योग दे प्रोफैसर, अध्यापक, लैक्चरर बन सकते हो। इस तो इलावा जेकर तुसी बहुत अच्छे खिडारी भी हो और तुहाडे कोल बहुत सारे स्टेट लैवल के या नैशनल लैवल के सर्टिफिकेट ने और उन्होंने खेडों में जिन्होंने खेडों की ग्रेडेशन होंगी है, ये बारे तुहाडे नाल मैं जरूर जिक्र करना चाहूँगा। खेडां उही चुनो जिन्हों की ग्रेडेशन होंगी है। बहुत सारे विद्यार्थी बहुत जोर लाई जाते हैं लेकिन उन्होंने खेडों को चुन बैठते हैं जिन्हों की ग्रेडेशन नहीं होंगी। सो जिन्होंने गेम्स की ग्रेडेशन है उन्होंने गेम्स को तुसी चुनो। तो ये खेड सिखलाई के खेत्र के कुछ कोर्स है, उन्होंने मैं जिक्र तुहाडे नाल करन लग्या हाँ। सब तो पहला है लड़ी नंबर 1 ते कोर्स का नाम है सर्टिफिकेट कोर्स इन स्पोर्ट्स। 12वीं श्रेणी पास विद्यार्थी कर सकते हैं। इसका समा जिहड़ा है वो सिर्फ 6 हफ्ते है। पेशे या कित्ते वजों तुसी की बनते हो, पार्ट टाइम कोचिंग इंस्ट्रक्टर बन सकते हो। ठीक है, मेन कोच के नाल लग सकते हो, पार्ट टाइम तुसी कोचिंग के तौर पर कोच के तौर पर काम कर सकते हो, किसी टीम के कोच बन सकते हो। एडवांस सर्टिफिकेट कोर्स, ये 12वीं पास
ਪਹਿਲਾ 6 ਹਫ਼ਤੇ ਦਾ ਸੀ ਨਾ ਜਿਹੜਾ ਸਰਟੀਫਿਕੇਟ ਕੋਰਸ ਇਨ ਸਪੋਰਟਸ ਸੀਗਾ, ਇਹ ਐਡਵਾਂਸ ਸਰਟੀਫਿਕੇਟ ਕੋਰਸ ਹੈ, ਇਹ 6 ਮਹੀਨੇ ਦਾ। ਇਹਦੇ ਵਿੱਚ ਤੁਸੀਂ ਪਾਰਟ ਟਾਈਮ ਕੋਚਿੰਗ ਇੰਸਟਰਕਟਰ ਲੱਗ ਸਕਦੇ ਹੋ, ਲੇਕਿਨ ਇਹਦੇ ਵਿੱਚ ਤੁਹਾਡਾ ਪੈਕੇਜ ਵੀ ਅੱਛਾ ਹੋਏਗਾ, ਤੁਹਾਨੂੰ ਅਦਾਰਾ ਵੀ ਅੱਛਾ ਮਿਲੇਗਾ। ਡਿਪਲੋਮਾ ਇਨ ਸਪੋਰਟਸ ਕੋਚਿੰਗ, ਜੇ ਤੁਸੀਂ BPEd ਜਾਂ BA ਕੀਤੀ ਹੋਈ ਹੈ ਉਸ ਤੋਂ ਬਾਅਦ ਤੁਸੀਂ ਡਿਪਲੋਮਾ ਇਨ ਸਪੋਰਟਸ ਕੋਚਿੰਗ ਕਰ ਸਕਦੇ ਹੋ। 1 ਸਾਲ ਦਾ ਹੈ। ਬਲਾਕ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਤੁਸੀਂ ਕੋਚ ਦੇ ਤੌਰ 'ਤੇ ਕੰਮ ਕਰ ਸਕਦੇ ਹੋ। ਵੱਖ-ਵੱਖ ਟੀਮਾਂ, ਜਿਹੜੇ ਵੱਖ-ਵੱਖ ਬੋਰਡ ਹੁੰਦੇ ਨੇ, ਕਾਰਪੋਰੇਸ਼ਨਸ ਹੁੰਦੀਆਂ ਨੇ, ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਨੇ, ਉਹਦੇ ਵਿੱਚ ਤੁਸੀਂ ਟੀਮਾਂ ਦੀ ਟ੍ਰੇਨਿੰਗ ਕਰਾ ਸਕਦੇ ਹੋ। ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ, ਗ੍ਰੈਜੂਏਸ਼ਨ ਸਮੇਤ ਡਿਪਲੋਮਾ ਇਨ ਸਪੋਰਟਸ ਕੋਚਿੰਗ ਕਰਨ ਤੋਂ ਬਾਅਦ ਤੁਸੀਂ ਇਹ 2 ਸਾਲ ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ ਜਿਹੜੀ ਹੈ ਇਹ ਕਰ ਸਕਦੇ ਹੋ, ਅਤੇ ਸੰਬੰਧਿਤ ਖੇਡ ਦੇ ਵਿੱਚ ਤੁਸੀਂ ਕੋਚਿੰਗ ਦੇ ਸਕਦੇ ਹੋ ਅਤੇ ਖੇਡ ਦੇ ਮਾਹਰ ਜਿਹੜੇ ਹੈ ਉਹ ਬਣ ਸਕਦੇ ਹੋ। ਵੈਸੇ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ ਫਿਜ਼ੀਓਥੈਰੇਪਿਸਟ। ਖੇਡਾਂ ਵਿੱਚ ਭਾਗ ਲੈਂਦੇ ਆ ਜਦੋਂ ਖਿਡਾਰੀ, ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸੱਟਾਂ ਫੇਟਾਂ ਵੀ ਲੱਗ ਜਾਂਦੀਆਂ ਨੇ, ਕਈ ਵਾਰੀ ਉਹਨਾਂ ਦੇ ਮਸਲ ਪੁੱਲ ਹੋ ਜਾਂਦੇ ਨੇ, ਕਈ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਆ ਜਾਂਦੀਆਂ ਨੇ। ਸੋ ਉਹਨਾਂ ਦਾ ਨਿਰੀਖਣ ਕਰਨ ਲਈ ਆਮ ਤੌਰ ਦੇ ਉੱਤੇ ਇੰਟਰਨੈਸ਼ਨਲ ਟੀਮਾਂ ਵਿੱਚ ਵੀ, ਸਟੇਟ ਟੀਮਾਂ ਵਿੱਚ ਵੀ, ਨੈਸ਼ਨਲ ਟੀਮਾਂ ਵਿੱਚ ਵੀ, ਅੱਜ ਤੱਕ ਤਾਂ ਡਿਸਟ੍ਰਿਕਟ ਟੀਮਾਂ ਦੇ ਵਿੱਚ ਵੀ ਫਿਜ਼ੀਓਥੈਰੇਪਿਸਟ ਜਿਹੜੇ ਆ ਉਹਨਾਂ ਦੀ ਲੋੜ ਹੁੰਦੀ ਹੈ। ਸੋ BPT ਜਿਹੜਾ ਹੈ ਫਿਜ਼ੀਓਥੈਰੇਪੀ ਜਿਹੜੀ ਹੈ ਅਗਰ ਤੁਸੀਂ ਕਰ ਲੈਂਦੇ ਹੋ ਅਤੇ ਉਹ ਤੋਂ ਬਾਅਦ ਤੁਸੀਂ BPT ਕਰਨ ਤੋਂ ਬਾਅਦ ਫਿਜ਼ੀਓਥੈਰੇਪਿਸਟ ਦੇ ਤੌਰ ਦੇ ਉੱਤੇ ਟੀਮਾਂ ਦਾ ਇੱਕ ਹਿੱਸਾ ਬਣ ਜਾਂਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ MPT ਮਾਸਟਰਸ ਇਨ ਫਿਜ਼ੀਓਥੈਰੇਪੀ ਵੀ ਕਰ ਸਕਦੇ ਹੋ। ਪਲੇਅਰਸ ਦੀਆਂ ਐਕਸਰਸਾਈਜ਼ਸ ਕਰਾਉਣੀਆਂ, ਉਹਨਾਂ ਨੂੰ ਪ੍ਰੋਪਰ ਸੱਟਾਂ ਫੇਟਾਂ ਦਾ ਉਹਨਾਂ ਦਾ ਇਲਾਜ ਕਰਨਾ, ਉਹਨਾਂ ਦੀ ਮਸਾਜ ਅਤੇ ਹੋਰ ਜਿੰਨਾ ਕੁਝ ਵੀ ਤੁਸੀਂ ਸੁਜੈਸਟ ਕਰਦੇ ਹੋ, ਅੱਗੋਂ ਜਿਹੜੇ ਵਰਕਰ ਹੁੰਦੇ ਨੇ ਉਹ ਤੁਹਾਡੀ ਹੈਲਪ ਕਰਦੇ ਨੇ। ਸੋ ਫਿਜ਼ੀਓਥੈਰੇਪੀ ਕੈਰੀਅਰ ਗਾਈਡੈਂਸ ਦੇ ਤੌਰ 'ਤੇ ਇੱਕ ਬਹੁਤ ਅੱਛਾ ਕੋਰਸ ਹੈ। ਸਪੋਰਟਸ ਪਰਸਨਸ ਦੀ ਤੁਸੀਂ ਸੇਵਾ ਵੀ ਕਰਦੇ ਹੋ, ਦੇਸ਼ ਸੇਵਾ ਵੀ ਕਰਦੇ ਹੋ, ਅਤੇ ਤੁਹਾਡੀ ਕਮਾਈ ਵੀ ਜਿਹੜੀ ਹੈ ਉਹ ਅੱਛੀ ਹੁੰਦੀ ਹੈ। ਬਤੌਰ ਖਿਡਾਰੀ, ਜੇਕਰ ਤੁਸੀਂ ਇੱਕ ਚੰਗੇ ਸਪੋਰਟਸ ਪਰਸਨ ਹੋ ਅਤੇ ਉਹਦੇ ਨਾਲ ਵੀ ਤੁਸੀਂ ਆਪਣਾ ਕੈਰੀਅਰ ਬਹੁਤ ਅੱਛਾ ਬਣਾ ਸਕਦੇ ਹੋ, ਕਿਉਂਕਿ ਰੇਲਵੇ ਵੱਲੋਂ, ਭਾਰਤੀ ਫੌਜ ਵੱਲੋਂ, ਪੰਜਾਬ ਪੁਲਿਸ ਵੱਲੋਂ, ਪੰਜਾਬ ਰਾਜ ਬਿਜਲੀ ਬੋਰਡ ਵੱਲੋਂ, ਜਿਹਨੂੰ ਅਸੀਂ PSPCL ਕਹਿੰਦੇ ਹਾਂ, ਕਈ ਤਰ੍ਹਾਂ ਦੇ ਜਿਹੜੇ ਅਦਾਰੇ ਹੈ ਉਹਨਾਂ ਦੇ ਵਿੱਚ ਇੱਕ ਚੰਗੇ ਖਿਡਾਰੀ ਨੂੰ ਰੱਖਿਆ ਜਾਂਦਾ, ਉਹਨੂੰ ਬਾਕਾਇਦਾ ਪੋਸਟਾਂ ਬਹੁਤ ਉੱਚੀਆਂ ਦਿੱਤੀਆਂ ਜਾਂਦੀਆਂ ਨੇ, ਅਤੇ ਉਹਦਾ ਕੰਮ ਸਿਰਫ ਖੇਡਣਾ ਹੁੰਦਾ, ਅਤੇ ਉਹ ਖੇਡ ਕੇ ਆਪਣੀ ਉਸ ਸੰਸਥਾ ਦਾ ਨਾਂ ਰੌਸ਼ਨ ਕਰਦਾ, ਦੇਸ਼ ਦਾ ਨਾਂ ਰੌਸ਼ਨ ਕਰਦਾ। ਬਤੌਰ ਖਿਡਾਰੀ ਤੁਸੀਂ ਆਪਣਾ ਕੈਰੀਅਰ ਬਹੁਤ ਵਧੀਆ ਚਮਕਾ ਸਕਦੇ ਹੋ। ਬਤੌਰ ਖੇਡ ਅਧਿਕਾਰੀ, ਐਜ਼ ਏ ਸਪੋਰਟਸ ਆਫੀਸ਼ੀਅਲ, ਤੁਸੀਂ ਨੋਟ ਕੀਤਾ ਹੋਣਾ ਬਹੁਤ ਸਾਰੇ ਖੇਡ ਅਧਿਕਾਰੀਆਂ ਦੀ ਲੋੜ ਹੁੰਦੀ ਹੈ ਖੇਡ ਕਰਾਉਣ ਵਾਸਤੇ, ਜਿਵੇਂ ਰੈਫਰੀ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਅੱਜ ਕੱਲ੍ਹ ਜਿਵੇਂ ਕ੍ਰਿਕਟ ਦੇ ਵਿੱਚ 3rd ਅੰਪਾਇਰ ਹੋ ਗਿਆ, ਬਹੁਤ ਸਾਰੀਆਂ ਪ੍ਰੋਫੈਸ਼ਨਲ ਖੇਡਾਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਅਧਿਕਾਰੀਆਂ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਖੇਡ ਅਧਿਕਾਰੀ ਨੇ ਜਿਹੜੇ ਉਹ ਵੱਖ-ਵੱਖ ਥਾਵਾਂ 'ਤੇ ਟੀਮਾਂ ਦੀ ਨੁਮਾਇੰਦਗੀ ਕਰਦੇ ਨੇ, ਵੱਖ-ਵੱਖ ਟੀਮਾਂ ਵੱਲੋਂ ਮੈਨੇਜਰ ਰੱਖੇ ਜਾਂਦੇ ਨੇ, ਠੀਕ ਹੈ। ਸੋ ਇਹ ਬਤੌਰ ਖੇਡ ਅਧਿਕਾਰੀ ਵੀ ਤੁਸੀਂ ਆਪਣਾ ਕੈਰੀਅਰ ਜਿਹੜਾ ਹੈ ਉਹ ਕਾਫੀ ਚਮਕਾ ਸਕਦੇ ਹੋ। ਬਤੌਰ ਖੇਡ ਪੱਤਰਕਾਰ ਅਤੇ ਖੇਡ ਲੇਖਕ, ਇਹ ਵਿੱਚ ਬੜਾ ਧਿਆਨ ਦੇਣ ਵਾਲੀ ਗੱਲ ਹੈ, ਤੁਸੀਂ ਇੱਕ ਖੇਡ ਪੱਤਰਕਾਰ ਦੇ ਤੌਰ 'ਤੇ ਜਿੱਥੇ ਵੀ ਟੀਮ ਦੌਰਾ ਕਰਨ ਜਾਂਦੀ ਹੈ ਉਹਦੇ ਨਾਲ ਜਾ ਸਕਦੇ ਹੋ। ਉੱਥੋਂ ਇੱਕ ਰਿਪੋਰਟਰ ਦੇ ਤੌਰ 'ਤੇ ਤੁਸੀਂ TV ਰਿਪੋਰਟਰ, ਰੇਡੀਓ ਰਿਪੋਰਟਰ, ਪ੍ਰੈਸ ਰਿਪੋਰਟਰ ਦੇ ਤੌਰ 'ਤੇ ਅਖਬਾਰਾਂ, ਮੈਗਜ਼ੀਨਾਂ ਨੂੰ ਰਿਪੋਰਟਸ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਕ ਲੇਖਕ ਦੇ ਤੌਰ 'ਤੇ ਬਹੁਤ ਸਾਰੇ ਸਪੋਰਟਸ ਆਰਟੀਕਲ ਲਿਖ ਸਕਦੇ ਹੋ, ਬਹੁਤ ਸਾਰੀਆਂ ਕਿਤਾਬਾਂ ਲਿਖ ਸਕਦੇ ਹੋ, ਅਤੇ ਤੁਹਾਨੂੰ ਉਹਦਾ ਬਹੁਤ ਸਾਰਾ ਜਿਹੜਾ ਹੈ ਉਹ ਆਰਥਿਕ ਤੌਰ ਤੇ ਤੁਹਾਨੂੰ ਸਹਾਇਤਾ ਵੀ ਮਿਲਦੀ ਹੈ। ਅੱਗੇ ਹੈ ਬਤੌਰ ਖੇਡ ਕੋਮੈਂਟੇਟਰ, ਠੀਕ ਹੈ। ਅੱਜ ਕੱਲ੍ਹ YouTube ਚੈਨਲ ਨੇ, ਫੇਸਬੁੱਕ ਹੈ, ਇਸ ਤੋਂ ਇਲਾਵਾ ਰੇਡੀਓ, TV ਪੁਰਾਣਾ ਹੀ ਚੱਲ ਰਿਹਾ, ਇਹਦੇ ਵਿੱਚ ਬਹੁਤ ਸਾਰੀਆਂ ਕੋਮੈਂਟੇਟਰਸ ਦੀਆਂ ਪੋਸਟਾਂ ਹੁੰਦੀਆਂ ਨੇ। ਤੁਸੀਂ ਕਮੈਂਟਰੀ ਕਰਦੇ ਹੋ, ਲਗਾਤਾਰ ਲੋਕਾਂ ਨੂੰ ਜੋੜੀ ਰੱਖਦੇ ਹੋ ਖੇਡ ਦੇ ਨਾਲ, ਅਤੇ ਕੋਮੈਂਟੇਟਰ ਦੇ ਤੌਰ 'ਤੇ ਤੁਸੀਂ ਬਹੁਤ ਵਧੀਆ ਇੱਕ ਪੇਸ਼ਾਵਰ ਰੁਜ਼ਗਾਰ ਜਿਹੜਾ ਹੈ ਤੁਸੀਂ ਬਣ ਜਾਂਦੇ ਹੋ, ਤੁਸੀਂ ਰੁਜ਼ਗਾਰ ਹਾਸਲ ਕਰ ਲੈਂਦੇ ਹੋ, ਤੁਹਾਨੂੰ ਚੰਗੇ ਪੈਕੇਜ ਦਿੱਤੇ ਜਾਂਦੇ, ਔਰ ਨਾਲ ਨਾਲ ਤੁਹਾਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਵੀ ਮਿਲਦਾ ਹੈਗਾ। ਇਹਦੇ 'ਚ ਇੱਕ ਚੀਜ਼ ਜ਼ਰੂਰ ਧਿਆਨ ਦੇਣ ਵਾਲੀ ਹੈ ਕਿ ਤੁਹਾਡਾ ਬੋਲਣ ਦਾ ਜਿਹੜਾ ਤਰੀਕਾ ਹੈ ਉਹ ਸਾਫ਼ ਸਪਸ਼ਟ ਹੋਵੇ, ਉਚਾਰਨ ਤੁਹਾਡਾ ਸਹੀ ਹੋਵੇ, ਤੁਹਾਡੀ ਸ਼ਬਦਾਵਲੀ ਸਹੀ ਹੋਵੇ, ਅਤੇ ਤੁਹਾਨੂੰ ਖੇਡ ਬਾਰੇ ਸਮਝ ਹੋਵੇ। ਅੱਗੇ ਹੈ ਪ੍ਰਕਾਸ਼ਨ, ਕਿਤਾਬਾਂ ਛਾਪਣੀਆਂ। ਤੁਸੀਂ ਇੱਕ ਪ੍ਰਕਾਸ਼ਕ ਦੇ ਤੌਰ 'ਤੇ ਸਪੋਰਟਸ ਦੀਆਂ ਕਿਤਾਬਾਂ ਛਾਪ ਸਕਦੇ ਹੋ। ਜਿਹੜਾ ਇੱਕ ਪ੍ਰਕਾਸ਼ਕ ਹੁੰਦਾ ਉਹਦੇ ਕੋਲ ਵੱਖ-ਵੱਖ ਕਿਤਾਬਾਂ ਹੱਥ ਲਿਖਤ ਰੂਪ 'ਚ ਆਉਂਦੀਆਂ ਨੇ, ਫਿਰ ਉਹਨੂੰ ਬਕਾਇਦਾ ਟਾਈਪ ਕਰਾਉਂਦਾ, ਫਿਰ ਉਹਨੂੰ ਜਿਲਦ ਬਣਵਾਉਂਦਾ, ਫਿਰ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਉਹਦੀਆਂ ਕਾਪੀਆਂ ਜਿਹੜੀਆਂ ਛਾਪਦਾ, ਉਹਨਾਂ ਨੂੰ ਵੰਡਦਾ, ਪੈਂਫਲੇਟਸ ਤਿਆਰ ਕਰਦਾ, ਵੰਡਦਾ, ਜਗ੍ਹਾ ਜਗ੍ਹਾ ਪੋਸਟਰ ਤਿਆਰ ਕਰਦਾ, ਵੰਡਦਾ, ਫਲੈਕਸਾਂ ਤਿਆਰ ਕੀਤੀਆਂ ਜਾਂਦੀਆਂ, ਵੰਡੀਆਂ ਜਾਂਦੀਆਂ। ਸੋ ਪ੍ਰਕਾਸ਼ਨਾਂ ਦੇ ਤੌਰ ਦੇ ਉੱਤੇ
किताबां छापणियां जां स्पोर्ट्स मटीरियल छापना, ये तौर पर भी तुसीं अपना कैरियर जिहड़ा है वो बना सकते हो। इसी तरह खेड उद्योग, तुहानूं पता है हुण खेडां दे विच किन्नी तरह के ट्रैक सूट है, किट्स हैगियां ने, गेंद बल्ला, हॉकी, फुटबॉल, किन्नी तरह का समान है। जिवें स्पोर्ट्स की बहुत वड्डी इंडस्ट्री है जलंधर दे विच साडे, इस तरह बहुत सारियां जिहड़ियां खेड समग्रियां ने उन्हां दी जिहड़ी तैयारी है वो तुसीं कर सकते हो। सो इन्हां जानकारियां दे विच तुहानूं मेन गल इक्को दसी गई है कि तुहाडा बहुत ब्राइट फ्यूचर है फिजिकल एजुकेशन और खेडां दे खेतर दे विच। लास्ट ते मैं विद्यार्थियों तुहानूं इन्नी गल जरूर कहनी चाहूँगा कि जेकर तुसीं अच्छे खिडारी हो तो पहलां अपनी पछाण करो कि तुसीं की वधिया खेड सकते हो। ये नहीं कि 10 मिनट क्रिकेट खेड ली, 20 मिनट हॉकी खेड ली, अद्धा घंटा फुटबॉल खेड ली, सवेरे कबड्डी खेड ली, शाम नूं कुश्ती कर ली, ये नहीं। पहलां अपनी समर्था अनुसार, अपनी योग्यता अनुसार, अपने शौक अनुसार खेड चुनो। उस तो बाद एक कोच की सहायता लैके, अपने टीचर की सहायता लैके उस फील्ड दे विच निपुण होवो। फिर उस तो बाद तुसीं अगे वधदे जाओ, नाल नाल फिजिकल एजुकेशन नूं बहुत ध्यान नाल एक साइंस के तौर पर पढ़ो। तो उस तो बाद फिर तुहानूं पता होना चाहिए कि पंजाब दे विच हुण पटियाले दे विच पंजाब की पहली स्पोर्ट्स यूनीवर्सिटी जिहड़ी है वो विच दाखले शुरू हो गए ने। इस तो इलावा बहुत सारे सरकारी कॉलेजेस, प्राइवेट कॉलेजेस, एडिड कॉलेजेस, प्राइवेट यूनीवर्सिटियाँ, डीम्ड यूनीवर्सिटियाँ ने जिन्हां दे विच तुसीं जाके, बहुत सारियां अकैडमियां ने जिन्हां दे विच तुसीं नैट तो सर्च करके अपना कैरियर जिहड़ा है बना सकते हो। बस मैं इक्को गल कहनी चाहूँगा, स्पोर्ट्स का फील्ड बहुत वड्डा फील्ड है, बहुत विशाल फील्ड है। केवल कुछ एरियाज़ तक अपने आप को सीमित ना रखियो, तुसी बहुत खुले आसमान च उड्डण वाले हो। सो मेरी तुहानूं गुजारिश है कि लगातार तुसी स्पोर्ट्स के फील्ड दे विच मल्लां मारते रहो और ये बहुत विशाल कैरियर है, ये जुड़े रहो। फिजिकल एजुकेशन एक साइंस के तौर पर पढ़ो। बहुत शुक्रिया।